गलबात करते कि किद्दां कंसैप्ट है कि मैंगो कॉफ़ी भी बनाई जा सकती। तुसीं अक्सर मैंगो आइसक्रीम सुनी होगी, मैंगो चाह सुनी होगी, पर मैंगो कॉफ़ी ਤੁਹਾਨੂੰ ਕਿਤੇ ਨਹੀਂ ਮਿਲੇਗੀ। ਭਾਵੇਂ ਦਿੱਲੀ ਚਲੇ ਜਾਓ, ਭਾਵੇਂ ਬੰਬੇ ਤੱਕ ਚਲੇ ਜਾਓ। ਉੱਪਰ ਧਿਆਨ ਰੱਖਦੇ ਹੋ ਜੀ ਮਰਜਿੰਗ ਉੱਦਾਂ ਦੀ ਕਰੀਦੀ ਹੈ ਕਿ ਬਈ ਜ਼ਿਆਦਾ ਓਵਰ ਤੁਹਾਨੂੰ ਸੇ ਮੈਂਗੋ ਦਾ ਹੀ ਟੇਸਟ ਨਾ ਆਵੇ ਜਾਂ ਤੁਹਾਨੂੰ ਜ਼ਿਆਦਾ ਕੌਫੀ ਦਾ ਹੀ ਨਾ ਆਵੇ। ਇਹ ਹੌਲੀ ਹੌਲੀ ਅਸੀਂ ਕਸਟਮਰ ਦੇ ਰਿਵਿਊ ਲਏ ਕਿ ਹਾਂ ਵੀ ਉਹਦੇ ਵਿੱਚ ਅਸੀਂ ਕਿ ਵੀ ਤੁਹਾਨੂੰ ਕਿਵੇਂ ਲੱਗੀ, ਯਾਨੀ ਕਿ ਕੌਫੀ ਦਾ ਟੇਸਟ ਜ਼ਿਆਦਾ ਹੈ ਜਾਂ ਮੈਂਗੋ ਦਾ ਹੈ। ਇਹ ਹੌਲੀ ਸਾਰਿਆਂ ਨਾਲ ਸਲਾਹ ਸਲੂਹ ਕਰਕੇ, ਯਾਨੀ ਕਿ ਸਾਰਿਆਂ ਦੇ ਰਿਵਿਊ ਫੀਡਬੈਕ ਲੈ ਕੇ ਫਿਰ ਉਹ ਤੋਂ ਬਾਅਦ ਫਾਈਨਲੀ ਇਹਦਾ ਪ੍ਰੋਪਰ ਮਰਜਿੰਗ ਦੇ ਹਿਸਾਬ ਨਾਲ ਅਸੀਂ ਇਹ ਲਾਂਚ ਕੀਤੀ ਹੈ ਜੀ। सत श्री अकाल जी, तुसीं देखो आज़ाद TV न्यूज़ चैनल ते मैं हाँ बन्नू शर्मा। अज असी जीरकपुर VIP रोड पहुँचे हैं। तुसीं पुछोगे क्यों पहुँचे हुए हैं बई, बड़ी जी इंटरस्टिंग जगह मिली है मैंने उत्थे, नटी वॉफल के नाम तो है। तो मैं ना वॉफल टेस्ट किया है। वॉफल्स तो कई खाए सी पर इदा का वॉफल कदे नहीं खाया अज तक। इन्ना सॉफ्ट वॉफल, इन्ना क्रंची वॉफल। तो एक चीज़ होर है वधिया, वो हैगी है मैंगो कॉफ़ी, लाजवाब। स्टारबक्स भी गए सी, टिम हॉर्टन्स भी गए, पर उत्थे चीज़ नहीं मिली। तो ये चीज़ कित्थों आई है, कित्थों कंसैप्ट आया है। मेरे नाल जिहड़े क्रिएटर ने इस समय मौजूद ने, भाविक सागर जी, खास मौके की गलबात करते हैं। पिछले 4.5 साल तो फूड इंडस्ट्री में ने, तो गलबात करते कि किद्दां कंसैप्ट है कि मैंगो कॉफ़ी भी बनाई जा सकती। तुसीं अक्सर मैंगो आइसक्रीम सुनी होगी, मैंगो चाह सुनी होगी, पर मैंगो कॉफ़ी ਤੁਹਾਨੂੰ ਕਿਤੇ ਨਹੀਂ ਮਿਲੇਗੀ। ਭਾਵੇਂ ਦਿੱਲੀ ਚਲੇ ਜਾਓ, ਭਾਵੇਂ ਬੰਬੇ ਤੱਕ ਚਲੇ ਜਾਓ। ਤਾਂ ਖਾਸ ਮੌਕੇ ਦੀ ਭਾਵਿਕ ਜੀ ਨਾਲ ਗੱਲਬਾਤ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ ਜੀ। मैं मैंगो कॉफ़ी की गल की है। वॉफल्स तो थोड़े फेमस हैगी ने, जिद्दां मैं टेस्ट किया बहुत क्रंचीनेस फील हुई है। तो ये मैंगो कॉफ़ी का कंसैप्ट किद्दां है, क्योंकि आप स्टारबक्स जाने, बैरिस्टा जाने, टिम हॉर्टन्स भी जाने, पर यह कंसैप्ट अपने आप च वखरा है। ਇਹ ਜੀ ਐਵੇਂ ਜੀ ਹੌਲੀ ਅਸੀਂ ਐਕਸਪੈਰੀਮੈਂਟ ਕਰੀ ਗਏ ਕਿਸੇ ਨਾ ਕਿਸੇ ਤਰੀਕੇ ਨਾਲ, ਯਾਨੀ ਕਿ ਕਦੇ ਕੋਈ ਫਲੇਵਰ ਪਾ ਲਿਆ, ਕਦੇ ਕਿਸੇ ਫਰੂਟ ਨਾਲ ਕੰਬੀਨੇਸ਼ਨ ਬਣਾ ਲਿਆ। ਅਤੇ ਇੱਕ ਦਿਨ ਫਾਈਨਲੀ ਜਾ ਕੇ ਇਹ ਚੀਜ਼ ਅਸੀਂ ਕੱਢੀ ਹੈ, ਜਿਹਦੇ ਵਿੱਚ ਯਾਨੀ ਕਿ ਤੁਹਾਨੂੰ ਫਸਟ ਯੂਲ ਰਿਲੀਜ਼ ਦਾ ਟੇਸਟ ਆਫ ਮੈਂਗੋ ਐਂਡ ਯੂਲ ਗੈਟ ਦਾ ਬਰਸਟ ਆਫ ਕੌਫੀ। ਅਤੇ ਇਹਦੇ ਵਿੱਚ ਯਾਨੀ ਕਿ ਮਾਈਲਡ ਰਹਿੰਦਾ ਟੇਸਟ। ਹਰ ਇੱਕ ਚੀਜ਼ ਦਾ ਪੂਰਾ ਧਿਆਨ ਰੱਖ ਕੇ ਇਹਨੂੰ ਫਾਈਨਲੀ ਅਸੀਂ ਲਾਂਚ ਕੀਤਾ ਸੀਗਾ 3.5 ਸਾਲ ਪਹਿਲਾਂ। ਅਤੇ ਅੱਜ ਦੀ ਇਹ ਸਾਡੀ ਟੌਪ ਸੈਲਿੰਗ ਕੋਲਡ ਕੌਫੀ ਦੇ ਵਿੱਚ, ਹਾਂ, ਇਹਦੇ ਨਾਲ ਯਾਨੀ ਕਿ ਇਹ ਹੌਟ ਸੈਲਿੰਗ ਟੌਪ ਸੈਲਿੰਗ ਆਈਟਮ ਇਹੀ ਹੈ ਜੀ। ਅਕਸਰ ਆਪਾਂ ਦੇਖਦੇ ਹਾਂ ਕਿ ਜਿੱਦਾਂ ਆਪਾਂ ਚੌਕਲੇਟ ਸਿਰਪ ਜਾਂ ਕਿਸੇ ਵੀ ਫਰੂਟ ਦਾ ਸਿਰਪ ਪਾਉਣਾ, ਮਿਠਾਸ ਹੁੰਦੀ ਹੈ, ਪਰ ਇਸ 'ਚ ਜਿਹੜਾ ਤੁਸੀਂ ਮਿੱਠਾ ਪ੍ਰੋਪਰ ਤਰੀਕੇ ਨਾਲ ਬੈਲੈਂਸ ਕੀਤਾ ਹੋਇਆ ਹੈ। ਅਸੀਂ ਜਾਣਨਾ ਚਾਹਾਂਗੇ ਜਿਹੜੇ ਮੈਂਗੋ ਦੇ ਪਲਸ ਨੇ, ਉਹ ਵੀ ਸਾਡੇ ਮਤਲਬ ਟੇਸਟ ਉਹਨਾਂ ਦਾ ਵੀ ਸਾਨੂੰ ਫੀਲ ਹੋ ਰਿਹਾ ਕਿਤੇ ਨਾ ਕਿਤੇ। ਹਾਂ, ਉਹਨਾਂ ਨੂੰ ਪ੍ਰੋਪਰ ਧਿਆਨ ਰੱਖਦੇ ਹੋਏ ਜੀ ਮਰਜਿੰਗ ਉੱਦਾਂ ਦੀ ਕਰੀਦੀ ਹੈ ਕਿ ਬਈ ਜ਼ਿਆਦਾ ਓਵਰ ਤੁਹਾਨੂੰ ਸੇ ਮੈਂਗੋ ਦਾ ਹੀ ਟੇਸਟ ਨਾ ਆਵੇ ਜਾਂ ਤੁਹਾਨੂੰ ਜ਼ਿਆਦਾ ਕੌਫੀ ਦਾ ਹੀ ਨਾ ਆਵੇ। ਇਹ ਹੌਲੀ ਹੌਲੀ ਅਸੀਂ ਕਸਟਮਰ ਦੇ ਰਿਵਿਊ ਲਏ ਕਿ ਹਾਂ ਵੀ ਉਹਦੇ ਵਿੱਚ ਅਸੀਂ ਕਿ ਵੀ ਤੁਹਾਨੂੰ ਕਿਵੇਂ ਲੱਗੀ, ਯਾਨੀ ਕਿ ਕੌਫੀ ਦਾ ਟੇਸਟ ਜ਼ਿਆਦਾ ਹੈ ਜਾਂ ਮੈਂਗੋ ਦਾ ਹੈ। ਇਹ ਹੌਲੀ ਸਾਰਿਆਂ ਨਾਲ ਸਲਾਹ ਸਲੂਹ ਕਰਕੇ, ਯਾਨੀ ਕਿ ਸਾਰਿਆਂ ਦੇ ਰਿਵਿਊ ਫੀਡਬੈਕ ਲੈ ਕੇ ਫਿਰ ਉਹ ਤੋਂ ਬਾਅਦ ਫਾਈਨਲੀ ਇਹਦਾ ਪ੍ਰੋਪਰ ਮਰਜਿੰਗ ਦੇ ਹਿਸਾਬ ਨਾਲ ਅਸੀਂ ਇਹ ਲਾਂਚ ਕੀਤੀ ਹੈ ਜੀ। ਜਿੱਦਾਂ ਤੁਹਾਡੇ ਨਾਲ ਗੱਲਬਾਤ ਦੌਰਾਨ ਮੈਨੂੰ ਪਤਾ ਚੱਲਿਆ ਕਿ ਤੁਹਾਨੂੰ 4.5 ਸਾਲ ਹੋ ਚੁੱਕੇ ਨੇ ਫੂਡ ਇੰਡਸਟਰੀ ਵਿੱਚ। ਇਨ 4.5 ਸਾਲਾਂ ਵਿੱਚ ਤੁਸੀਂ ਕੀ ਬਦਲਾਵ ਦੇਖਿਆ ਹੈ ਫੂਡ ਇੰਡਸਟਰੀ ਵਿੱਚ, ਕਿਉਂਕਿ ਕੰਪੀਟੀਸ਼ਨ ਬਹੁਤ ਵੱਧ ਚੁੱਕਿਆ ਹੈ। ਆਸ-ਪਾਸ ਤੁਹਾਡੇ ਹੋਰ ਵੀ ਹੋਣਗੇ ਰੈਸਟੋਰੈਂਟਸ। ਕਿਸੇ ਕਿਸਮ ਦਾ ਕੰਪੀਟੀਸ਼ਨ ਫੀਲ ਕਰਦੇ ਹੋ ਜਾਂ ਖੁਦ ਦੀ ਕੁਆਲਿਟੀ 'ਤੇ ਭਰੋਸਾ ਕਿ ਕੁਆਲਿਟੀ ਦੇ ਮਾਮਲੇ 'ਚ ਤੁਸੀਂ ਕੰਪਰੋਮਾਈਜ਼ ਨਹੀਂ ਕਰਦੇ, ਕਿਉਂਕਿ ਲੋਕਾਂ ਦੀ ਸਿਹਤ ਤੁਹਾਡੇ ਲਈ ਫਸਟ ਪ੍ਰਾਇਰਟੀ ਹੈ ਕਿਤੇ ਨਾ ਕਿਤੇ? ਬਿਲਕੁਲ ਸਹੀ ਗੱਲ ਹੈ ਜੀ। ਅਸੀਂ ਸਾਰੇ ਪਾਸੇ ਯਾਨੀ ਕਿ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋਗੇ ਕੰਪੀਟੀਸ਼ਨ ਤਾਂ ਹਰ ਇੱਕ ਪਾਸੇ ਬਹੁਤ ਜ਼ਿਆਦਾ ਹੈ ਨਾ, ਪਰ ਆਪਣਾ ਇਹ ਚੀਜ਼ ਹੈਗੀ ਸ਼ੁਰੂ ਤੋਂ ਅਸੀਂ ਇੱਕ ਹਾਈਜੀਨਿਕ ਪਲੱਸ ਉਹਦੇ ਬਾਅਦ ਕੁਆਲਿਟੀ ਸਾਡੀ ਸ਼ੁਰੂ ਤੋਂ ਲੈ ਕੇ ਜਦੋਂ ਦਾ ਸਾਨੂੰ ਆਲਮੋਸਟ 4.5 ਸਾਲ ਹੋ ਗਏ ਇਸ ਚੀਜ਼ ਨੂੰ ਲੈ ਕੇ ਆਊਟਲੈਟ ਨੂੰ, ਅਤੇ ਅਸੀਂ ਸੇਮ ਕੁਆਲਿਟੀ ਰੱਖੀ। 4.5 ਸਾਲ ਪਹਿਲਾਂ ਵੀ ਉਹੀ ਕੁਆਲਿਟੀ ਸੀਗੀ ਅਤੇ ਅੱਜ ਵੀ ਉਹੀ ਕੁਆਲਿਟੀ ਹੈ। ਅਤੇ ਤੁਸੀਂ ਰੇਟ ਦੇਖੋਗੇ, ਰੇਟ ਦੇ ਵਿੱਚ ਵੀ ਕੁਛ ਮਾਈਨਰ 5 ਤੋਂ 7% ਦਾ ਅਸੀਂ ਇੰਕਰੀਜ਼ ਕੀਤਾ 4.5 ਸਾਲ ਦੇ ਵਿੱਚ, ਪਰ ਕੁਆਲਿਟੀ ਤੁਹਾਨੂੰ ਅਸੀਂ ਦੇ ਰਹੇ ਹਾਂ ਬਿਲਕੁਲ ਸੇਮ, ਜਿਹੜੀ 4.5 ਸਾਲ ਪਹਿਲਾਂ ਸੀਗੀ ਜਿਹੜੀ ਅੱਜ ਹੈਗੀ ਹੈ। ਜਾਂ ਤੁਸੀਂ ਸਾਡੇ ਕਸਟਮਰ ਤੋਂ ਵੀ ਰਿਵਿਊ ਲਓਗੇ, ਕੋਈ ਸਾਡੇ ਨਾਲ ਜੁੜੇ ਹੋਏ ਆ ਆਲਮੋਸਟ 4.5 ਸਾਲਾਂ ਤੋਂ ਵੀ ਕਸਟਮਰ ਰੈਗੂਲਰ ਆ ਰਿਹਾ। ਉਹ ਇਸ ਕਰਕੇ ਆ ਰਿਹਾ ਕਿਉਂਕਿ ਕੁਆਲਿਟੀ ਹੈ ਅਤੇ ਰੇਟ ਪ੍ਰਾਈਸਿਸ ਵਗੈਰਾ ਵੀ ਅਸੀਂ ਬਹੁਤ ਅਫੋਰਡੇਬਲ ਰੱਖੇ ਹੋਏ ਹਾਂ ਸਾਰੀ ਚੀਜ਼ਾਂ ਵਾਸਤੇ। ਤੋਂ ਜਿੱਦਾਂ ਤੁਹਾਡੀ ਨਟੀ ਵੌਫਲਸ ਲਈ ਫੇਮਸ, ਆਪਾਂ ਕੋਲਡ ਕੌਫੀ ਦੀ ਗੱਲ ਤੋਂ ਬਾਅਦ ਮੁੜ ਤੋਂ ਵੌਫਲਸ ਦੀ ਗੱਲ ਕਰਦੇ ਹਾਂ ਕਿ ਮੈਂ ਵੌਫਲ ਟੇਸਟ ਕੀਤਾ, ਬੜਾ ਕਰੰਚੀ ਲੱਗਿਆ। ਅਕਸਰ ਆਪਾਂ ਦੇਖਦੇ ਹਾਂ ਕਿ ਉਹ 'ਚ ਵੀ ਇਹੀ ਚੀਜ਼ ਪੋਜ਼ੀਟਿਵ ਲੱਗੀ ਕਿ ਮਿੱਠਾ ਬੈਲੈਂਸ ਸੀਗਾ, ਕਰੰਚੀ ਨਾਲ। ਤੁਸੀਂ ਆਪ ਹੀ ਸਾਰਾ ਮਟੀਰੀਅਲ ਜਿਹੜਾ ਹੈਗਾ ਓਵਰਆਲ ਰੈਡੀ ਕਰਦੇ ਹੋ? ਮਟੀਰੀਅਲ ਵਗੈਰਾ ਜਿਹੜਾ ਇਹਦਾ ਬੇਸ ਵਗੈਰਾ ਉਹ ਆਪਾਂ ਆਪਣੇ ਆਪ ਤਿਆਰ ਕਰਦੇ ਹਾਂ ਨਾ, ਕੋਈ ਵੀ ਮਾਰਕੀਟ ਤੋਂ ਆਊਟਸੋਰਸ ਨਹੀਂ ਕਰਦੇ। ਯਾਨੀ ਕਿ ਜਿਹਦਾ ਵੀ ਮਟੀਰੀਅਲ ਹੈ ਇਹ ਬਲਕਿ ਹੈਗਾ ਹੋਲ ਵੀਟ ਹੈ। ਇਹਦੇ ਵਿੱਚ ਕੋਈ ਵੀ ਮੈਦਾ ਨਹੀਂ ਹੈ ਕਿਸੇ ਵੀ ਚੀਜ਼ ਦਾ, ਯਾਨੀ ਕਿ ਪ੍ਰੋਪਰ ਹਰ ਇੱਕ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਇਹ ਚੀਜ਼ ਅਸੀਂ ਕੱਢੀ ਹੈ। ਯਾਨੀ ਕਿ ਜਦੋਂ ਤੁਸੀਂ ਟਰਾਈ ਕਰਦੇ ਹੋ ਵੌਫਲ ਸਾਡੇ, ਯਾਨੀ ਕਿ ਸਾਈਡਿੰਗ ਬੇਸਿਕਲੀ ਵੌਫਲ ਹੈ ਕੀ ਹੈ, ਯਾਨੀ ਕਿ ਸਾਈਡਿੰਗ ਵਿਦ ਕਰੰਚ ਅਤੇ ਇਨਰ ਪਾਰਟ ਉਹਦਾ ਸੌਫਟ ਹੈ। ਇਸੇ ਕਰਕੇ ਅੱਜ ਤੱਕ ਅਸੀਂ ਇਸ ਇੰਡਸਟਰੀ ਦੇ ਵਿੱਚ ਬੈਠੇ ਹੋਏ ਹਾਂ ਕਿ ਸਾਨੂੰ ਲੋਕ ਪਸੰਦ ਕਰਦੇ ਇਸੇ ਚੀਜ਼ ਨੂੰ ਲੈ ਕੇ।
ਤੇ ਭਾਵਿਕ ਕਿੰਨੇ ਪ੍ਰਕਾਰ ਦੇ ਵਾਫਲਸ ਨੇ ਤੇ ਸਿਗਨੇਚਰ ਵਾਫਲ ਕਿਹੜਾ ਹੈਗਾ ਤੁਹਾਡਾ ਜੇਕਰ ਆਪਾਂ ਗੱਲ ਕਰੀਏ ਤਾਂ? ਸਾਡੇ ਕੋਲ ਆਲਮੋਸਟ 17 ਤੋਂ ਲੈ ਕੇ 20 ਵਾਫਲ ਹੈਗੇ ਆ, ਤੇ ਜਿਨ੍ਹਾਂ ਦੇ ਵਿੱਚ ਟੌਪ ਸੈਲਿੰਗ ਦੇ ਵਿੱਚ ਇੱਕ ਫਰੂਟ ਬਲਾਸਟ ਵਾਫਲ ਹੈ ਸਾਡਾ, ਜਿਹੜਾ ਟੌਪ ਸੈਲਿੰਗ ਦੇ ਵਿੱਚ ਹੈ, ਤੇ ਫਿਰ ਇੱਕ ਨਿਊਟੈਲਾ ਪਲੱਸ ਬਰਾਊਨੀ ਦਾ ਕੰਬੀਨੇਸ਼ਨ ਹੈ, ਨਿਊਟੈਲਾ ਬਰਾਊਨੀ ਬਲਾਸਟ, ਫਿਰ ਉਹ ਤੋਂ ਬਾਅਦ ਨੇਕੀ ਨਿਊਟੈਲਾ। ਇਹ 3-4 ਵਾਫਲ ਸਾਡੇ ਹੌਟ ਸੈਲਿੰਗ ਹੈ। ਤੇ ਜਦੋਂ ਸਟਾਰਟਅਪ ਕੀਤਾ ਤੁਸੀਂ ਕੀ ਚੈਲੰਜ ਤੁਹਾਨੂੰ ਫੇਸ ਕਰਨੇ ਪਏ? ਕਿਉਂਕਿ ਫੈਮਿਲੀ ਸਪੋਰਟ ਬਹੁਤ ਜ਼ਰੂਰੀ ਹੁੰਦਾ ਹੈ। ਉਹ ਸੋਚਦੇ ਕਿ ਸਾਡਾ ਬੱਚਾ ਜਿਹੜੀ ਫੀਲਡ ਵਿੱਚ ਜਾ ਰਿਹਾ ਤਾਂ ਉਹਦਾ ਫਿਊਚਰ ਸਿਕਿਉਰ ਹੋਵੇ। ਅਕਸਰ ਮਾਪੇ ਇਹੀ ਕਹਿੰਦੇ ਨੇ ਕਿ ਜਾਂ ਤਾਂ ਤੁਸੀਂ ਸਰਕਾਰੀ ਨੌਕਰੀ ਕਰ ਲਓ ਜਾਂ ਕੋਈ ਹੋਰ ਫੀਲਡ ਚੂਜ਼ ਕਰ ਲਓ। ਤੁਹਾਡਾ ਇਸ ਫੀਲਡ ਨੂੰ ਚੂਜ਼ ਕਰਨ ਦੇ ਪਿੱਛੇ ਕੀ ਰੀਜ਼ਨ ਸੀਗਾ? ਤੁਸੀਂ ਇਸ ਫੀਲਡ ਨੂੰ ਚੁਣਿਆ ਜਾਂ ਤੁਹਾਨੂੰ ਇਸ ਫੀਲਡ ਨੇ ਚੁਣਿਆ? ਨਹੀਂ, ਬੇਸਿਕਲੀ ਯਾਨੀ ਕਿ ਸਪੋਰਟ ਤਾਂ ਮੈਨੂੰ ਸ਼ੁਰੂ ਤੋਂ ਰਹੀ ਹੈ ਘਰਦਿਆਂ ਦੀ, ਯਾਨੀ ਕਿ ਕੋਈ ਵੀ ਕੰਮ ਕਰ ਲਾਂ, ਭਾਵੇਂ ਕਿਸੇ ਵੀ ਪਾਸੇ ਚਲੇ ਜਾਵਾਂ, ਸਪੋਰਟ ਮੈਨੂੰ ਪੂਰੀ ਰਹੀ ਹੈ। ਤੇ ਇਹ ਵੀ ਅੱਜ ਬੈਠਾ ਮੈਂ ਆਪਣੇ ਫਾਦਰ ਸਾਹਿਬ ਕਰਕੇ ਹੀ ਬੈਠਾ, ਹੈ ਨਾ, ਕਿ ਜਿਹੜੀ ਚੀਜ਼ ਹੈਗੀ ਹੈ ਆਪਣੇ ਕੋਲ ਉਹਨਾਂ ਦੀ ਦੇਣ ਹੈ, ਅਤੇ ਹਰ ਇੱਕ ਚੀਜ਼ 'ਚ ਸਪੋਰਟ ਰਿਹਾ ਯਾਨੀ ਕਿ। ਅਤੇ ਫਿਰ ਉਹ ਤੋਂ ਬਾਅਦ ਤੁਸੀਂ ਲਾਓ ਕਿ ਬਈ 4.5 ਸਾਲ ਤਾਂ ਸਾਨੂੰ ਹੋ ਹੀ ਗਏ ਆਲਮੋਸਟ ਇਸ ਇੰਡਸਟਰੀ ਦੇ ਵਿੱਚ ਕੰਮ ਕਰਦੇ ਹੋਏ। ਅਤੇ ਇਸ਼ੂਜ਼ ਤਾਂ ਐਵੇਂ ਸੀਗੇ ਕਿ ਜੀ ਕੁਆਲਿਟੀ ਦੇਖੋ ਆਪਾਂ ਸ਼ੁਰੂ ਤੋਂ ਮੇਨਟੇਨ ਰੱਖੀ ਹੈ ਨਾ, ਜਿੱਦਾਂ ਦੀ ਆਪਾਂ ਪਹਿਲਾਂ ਦੇ ਰਹੇ ਸੀ ਅੱਜ ਵੀ ਉੱਦਾਂ ਦੀ ਦੇ ਰਹੇ ਹਾਂ। ਅਤੇ ਹਾਂ, ਕੰਪਰੋਮਾਈਜ਼ ਕਦੇ ਕੁਝ ਨਹੀਂ ਕੀਤਾ ਜੀ। ਰੇਟ ਰੂਟ ਵੀ ਸਾਰੇ ਸੇਮ ਹੈ, ਭਾਵੇਂ ਪਿੱਛੇ ਹਲੇ ਇੰਨਾ ਕੁ ਚੱਲਿਆ ਸੀਗਾ ਕਿ ਸਮਾਨ ਪਿੱਛੋਂ ਬਹੁਤ ਮਹਿੰਗਾ ਹੋ ਗਿਆ ਸੀਗਾ, ਨਾ ਹੁਣ ਅਸੀਂ ਇੱਧਰ ਰੇਟ ਵਧਾ ਸਕਦੇ ਸੀ, ਕਿਉਂਕਿ ਕਸਟਮਰ ਨੂੰ ਵੀ ਅਸੀਂ ਆਪਣਾ ਮੇਨਟੇਨ ਕਰਕੇ ਰੱਖਣਾ ਹਰ ਇੱਕ ਚੀਜ਼ ਨੂੰ ਲੈ ਕੇ। ਅਤੇ ਅਸੀਂ ਪ੍ਰਾਈਸਿਸ ਉੱਦਾਂ ਹੀ ਰੱਖੇ। ਅਸੀਂ ਫੇਸ ਕੀਤੇ ਇਸ਼ੂਜ਼ ਵਗੈਰਾ ਜਦੋਂ ਇੰਕਰੀਜ਼ ਹੋਇਆ, ਪਿੱਛੋਂ ਸਮਾਨ ਵਗੈਰਾ ਮਹਿੰਗਾ ਆ ਰਿਹਾ ਸੀਗਾ, ਪਰ ਅਸੀਂ ਰੇਟ ਆਪਣੇ ਉੱਦਾਂ ਨਹੀਂ ਰੱਖੇ। ਥੋੜ੍ਹਾ ਬਹੁਤਾ ਉਹ ਚੀਜ਼ਾਂ ਨੂੰ ਲੈ ਕੇ ਫੇਸ ਕੀਤਾ ਸੀਗਾ, ਬਾਕੀ ਓਵਰਆਲ ਤਾਂ ਵਧੀਆ ਚੱਲ ਰਿਹਾ। ਅਤੇ ਤੁਸੀਂ ਕਦੇ ਰਿਐਲਿਟੀ ਸ਼ੋਅ 'ਚ ਨਹੀਂ ਟਰਾਈ ਕੀਤਾ? ਜਿੱਦਾਂ ਫੂਡ ਸ਼ੋਅਸ ਕਾਫੀ ਹੁੰਦੇ ਨੇ, ਆਪ ਮਾਸਟਰ ਸ਼ੈਫ ਵਗੈਰਾ 'ਚ ਨਹੀਂ ਇਹਨੂੰ ਅੱਗੇ ਲਿਜਾਣ ਦੀ ਸਕੋਪ ਤੁਸੀਂ ਕਰ ਸਕਦੇ ਸੀ ਕਿ ਅੱਗੇ ਜਾ ਸਕਦੇ ਸੀ? ਜਿੱਦਾਂ ਤੁਸੀਂ ਤੁਹਾਡੀ ਕੁਆਲਿਟੀ ਹੈ ਖਾਣੇ ਦੀ ਜਾਂ ਕੌਫੀ ਦੀ, ਇਹ ਕ੍ਰੀਏਟੀਵਿਟੀ ਨੇ ਮਾਈਂਡ 'ਚ ਕਿ ਮੈਂ ਮਾਸਟਰ ਸ਼ੈਫ ਵਰਗੇ ਸ਼ੋਅ ਵਿੱਚ ਵੀ ਜਾਇਆ ਜਾ ਸਕਦਾ ਹੈ? ਹਾਲੇ ਤੱਕ ਤਾਂ ਇੱਦਾਂ ਦਾ ਕੁਝ ਪਲਾਨ ਨਹੀਂ ਕੀਤਾ ਸੀਗਾ। ਬਾਕੀ ਅੱਗੇ ਹੁਣ ਤੁਹਾਡੇ ਗੱਲ ਕਰਨ ਤੋਂ ਬਾਅਦ ਮੇਰੇ ਜ਼ਰੂਰ ਦਿਮਾਗ ਦੇ ਵਿੱਚ ਆਈ ਇਹ ਚੀਜ਼, ਆਪਾਂ ਕਰ ਸਕਦੇ ਹਾਂ, ਯਾਨੀ ਕਰਾਂਗੇ ਵੀ ਇੱਕ ਥੋੜ੍ਹੇ ਟਾਈਮ ਦੇ ਬਾਅਦ, ਯਾਨੀ ਕਿ ਹੌਲੀ ਹੌਲੀ ਇਹਨੂੰ ਅੱਗੇ ਵਧਾ ਰਹੇ ਹਾਂ। ਹੁਣ ਸਾਰਾ ਫੋਕਸ ਹੀ ਆਪਣਾ ਇਸ ਚੀਜ਼ ਦੇ ਉੱਪਰ ਹੈ ਕਿ ਇਹਨੂੰ ਵਧਾਉਣਾ। ਹੁਣ ਬਾਕੀ ਕੰਮ ਕਾਜ ਤੋਂ ਛੱਡ ਕੇ। ਤੁਸੀਂ ਫੂਡ ਵਿੱਚ ਆਪਣਾ ਆਈਡਲ ਕਿਸ ਨੂੰ ਮੰਨਦੇ ਹੋ? ਫੂਡ ਦੇ ਵਿੱਚ ਤਾਂ ਆਈਡਲ ਜੀ ਦੇਖੋ ਆਪ ਦੇ ਵਿੱਚ ਹੀ ਬੰਦਾ ਕਲਾਕਾਰ ਹੁੰਦਾ ਹੈ ਨਾ, ਕਿ ਹਾਂ ਵੀ ਚੀਜ਼ਾਂ ਹੌਲੀ ਹੌਲੀ ਉਹਨੂੰ ਐਕਸਪੀਰੀਅੰਸ ਕਰਦਾ। ਹੁਣ ਐਵੇਂ ਨਹੀਂ ਹੈ ਕਿ ਇਹ 170 ਮੇਰੇ ਕੋਲ, ਯਾਨੀ ਕਿ ਮੈਨਿਊ ਦੇ ਵਿੱਚ ਤੁਸੀਂ ਹਿਸਾਬ ਲਾਉਂਗੇ 170 180 ਆਈਟਮਾਂ ਹੈਗੀਆਂ ਨੇ, ਲੇਕਿਨ ਇਹ ਨਹੀਂ ਹੈ ਕਿ ਮੈਂ ਕਿਸੇ ਦੇ ਉੱਪਰ ਡਿਪੈਂਡ ਹੈ। ਇਹ ਸਾਰੀ ਆਈਟਮਾਂ ਮੈਂ ਆਪ ਬਣਾਉਣਾ, A to Z ਜਿੰਨੀ ਵੀ ਆਈਟਮ ਹੈ ਆਪਣੇ ਕੋਲ, ਭਾਵੇਂ A to Z ਦੇ ਵਿੱਚ ਤੁਸੀਂ ਹਿਸਾਬ ਲਾਓ ਬਰਾਊਨੀ ਵਾਫਲ ਹੈਗਾ, ਯਾਨੀ ਕਿ ਸੈਂਡਵਿਚਿਸ ਹੋ ਗਏ, ਰੈਪ ਬਰਗਰ, ਕੌਫੀਜ਼ ਹੋ ਗਈ, ਹੌਟ ਕੋਲਡ, ਇਹ ਸਾਰੀ ਆਈਟਮਾਂ ਮੈਂ ਆਪ ਬਣਾਉਣਾ ਜੀ। ਅਤੇ ਹੁਣ ਦੇਖੋ ਇਹ ਤੁਹਾਡੇ ਸਾਹਮਣੇ ਹੀ ਹੈ ਮੈਂਗੋ ਗੋਲਡ ਕੌਫੀ। ਇਹ ਐਕਸਪੈਰੀਮੈਂਟ ਜਦੋਂ ਤੁਸੀਂ ਹੌਲੀ ਹੌਲੀ ਐਕਸਪੈਰੀਮੈਂਟ ਕਰਦੇ ਰਹਿੰਦੇ ਹੋ, ਇੱਦਾਂ ਦੀ ਚੀਜ਼ਾਂ ਨਿਕਲ ਕੇ ਆਉਂਦੀ ਰਹਿੰਦੀਆਂ ਨੇ, ਫਿਰ ਆਹੀ ਚੀਜ਼ ਹੈ। ਅੱਛਾ ਭਾਵਿਕ, ਤੁਹਾਨੂੰ ਪੁੱਛਾਂਗੇ ਕਿ ਤੁਸੀਂ ਕਿਹੜੀ ਏਜ 'ਚ ਜਿਹੜਾ ਖਾਣਾ ਬਣਾਉਣਾ ਸਟਾਰਟ ਕੀਤਾ ਸੀ? ਪਹਿਲਾਂ ਕਿਹੜੀ ਚੀਜ਼ ਬਣਾਈ ਸੀ ਜਿਸ ਤੋਂ ਇੰਸਪਾਇਰ ਹੋ ਕੇ ਤੁਹਾਨੂੰ ਲੱਗਿਆ ਸੀ ਕਿ ਹੁਣ ਸ਼ਿਓਰ ਹੈ ਕਿ ਹੁਣ ਇਸ ਫੀਲਡ ਵਿੱਚ ਮੈਂ ਸਿਕਿਉਰ ਹਾਂ, ਜਾਇਆ ਜਾ ਸਕਦਾ ਹੈ? ਇਹ ਤਾਂ ਦੇਖੋ ਜੀ, ਜਿਹੜੀ ਇੰਡਸਟਰੀ ਦੇ ਵਿੱਚ ਹੁਣ ਵਾਲੀ ਟਾਈਮ ਦੇ ਵਿੱਚ ਜਿਹੜੇ ਮੈਂ ਆਊਟਲੈਟ ਚਲਾ ਰਿਹਾ ਨਾ, ਇਹ ਤਾਂ ਹੁਣ ਆਈ ਹੈ ਕੁਝ 5-6 ਸਾਲ ਪਹਿਲਾਂ। ਉਹ ਤੋਂ ਪਹਿਲਾਂ ਤਾਂ ਸਾਡੇ ਘਰੇ ਇਹੀ ਹੋ ਗਿਆ, ਪੂੜੀ ਬਣ ਗਈ, ਛੋਲੇ ਬਣ ਗਏ, ਹੈ ਨਾ। ਸ਼ਨੀਵਾਰ ਰਵੀਵਾਰ ਨੂੰ ਅਸੀਂ ਕੁਝ ਖਾ ਲਿਆ, ਯਾਨੀ ਕਿ ਬਾਹਰੋਂ ਮੰਗਾ ਲਿਆ, ਨਹੀਂ ਤਾਂ ਘਰੇ ਬਣਦਾ ਹੁੰਦਾ ਸੀਗਾ। ਇਹ ਸਾਰੀਆਂ ਆਈਟਮਾਂ ਬਸ ਉੱਧਰੋਂ ਹੀ ਸਟਾਰਟ ਹੋਇਆ ਸੀਗਾ। ਇੱਕ ਛੋਟੇ ਹੁੰਦੇ ਦੀ ਗੱਲ ਸੀਗੀ ਜੀ, 8-9 ਸਾਲ ਦਾ ਸੀਗਾ ਜਾਂ 10 ਸਾਲ ਦਾ ਹੋਣਾ ਮੈਂ ਨੇੜੇ ਤੇੜੇ, ਜਦੋਂ ਮੈਂ ਸਟੂਟ ਕੀਤਾ ਸੀਗਾ। ਸ਼ੁਰੂ ਤੋਂ ਹੀ ਬਣਾਉਣ ਦਾ ਸ਼ੌਂਕ ਸੀਗਾ ਬੇਸਿਕਲੀ ਚੀਜ਼ਾਂ ਅਤੇ ਬਾਹਰੋਂ ਦੇਖਦੇ ਹੁੰਦੇ ਸੀਗੇ, ਬਹੁਤ ਫੈਸੀਨੇਟਿੰਗ ਲੱਗਦਾ ਹੁੰਦਾ ਸੀਗਾ। ਪੂੜੀ ਛੋਲੇ ਬਣਦੇ ਹੁੰਦੇ ਸੀਗੇ, ਭਟੂਰੇ ਬਣਦੇ ਸੀ, ਉਹ ਦੂਰੋਂ ਦੀ ਕੜਾਈ ਦੇ ਵਿੱਚ ਐਵੇਂ ਘੁਮਾ ਕੇ ਦੀ ਸੁੱਟਦੇ ਸੀਗੇ, ਅਤੇ ਉਹ ਐਂ ਫੁੱਲ ਕੇ ਵਧੀਆ ਤਰੀਕੇ ਨਾਲ ਨਿਕਲਦਾ ਸੀ। ਐਵੇਂ ਮੈਂ ਸੋਚਿਆ ਕਿ ਇੱਕ ਵਾਰੀ ਐਕਸਪੈਰੀਮੈਂਟ ਕਰ ਲੈਂਦੇ ਘਰੇ। ਅਤੇ ਮੈਂ ਕੀ ਕੀਤਾ, ਕੜੇ ਦਾ ਸਾਡੇ ਛੋਟੀ ਕੜਾਹੀਆਂ ਹੁੰਦੀਆਂ ਹੈ ਨਾ, ਹਾਂ ਸ਼ੁਰੂ ਤੋਂ ਹੀ ਹੈ। ਅਤੇ ਉਹ ਤੋਂ ਬਾਅਦ ਛੋਟੀ ਕੜਾਹੀ ਸੀਗੀ, ਤੇਲ ਆਪਾਂ ਪੂਰਾ ਭਰ ਲਿਆ ਜੀ। ਫਿਰ ਉਹ ਤੋਂ ਬਾਅਦ ਬਸ ਉਹੀ ਸਟਾਈਲ ਜਿਹੜਾ ਅਸੀਂ ਬਾਹਰੋਂ ਵੇਖਿਆ ਸੀਗਾ, ਐਂ ਚੱਕ ਕੇ ਘੁਮਾ ਕੇ ਅੰਦਰ ਸੁੱਟਣੀ ਹੈ, ਉਹ ਜੀ ਬਸ ਉਹ ਘੁਮਾਇਆ ਅਤੇ ਤੇਲ ਨੇ ਕੀ ਸੀਗਾ, ਤੇਲ ਸਾਰਾ ਸਾਡੇ ਮੂੰਹ 'ਤੇ। ਪਰ ਪਿੱਛੇ ਤੁਸੀਂ ਫਿਰ ਵੀ ਨਹੀਂ ਹਟੇ, ਪੈਸ਼ਨ ਉਹ ਕੰਟੀਨਿਊ ਰਿਹਾ ਤੁਹਾਡਾ? ਹਾਂ, ਯਾਨੀ ਕਿ ਸ਼ੁਰੂ ਤੋਂ ਹੀ ਬਣਾਉਣ ਦਾ ਸੀਗਾ, ਅਤੇ ਅੱਜ ਵੀ ਸਾਰੀ ਹੋਮ ਕੁਕਿੰਗ ਵਗੈਰਾ ਮੈਂ ਆਪੇ ਕਰ ਲੈਂਦਾ ਹੁੰਦਾ ਜੀ। ਮਤਲਬ ਵਿਰਾਸਤ 'ਚ, ਮਤਲਬ ਗੋਡ ਗਿਫਟ ਤੁਹਾਨੂੰ ਕੁਕਿੰਗ ਮਿਲੀ? ਹੱਥ ਦੇ ਵਿੱਚ ਜਿਹੜੀ ਕਹਿੰਦੇ ਨੇ ਕਈ ਵਾਰੀ ਕਲਾ ਬੈਠੀ ਹੁੰਦੀ ਹੈ, ਯਾਨੀ ਕਿ ਸਾਨੂੰ ਬਣਾਉਣ ਦੇ ਵਿੱਚ ਵੀ। ਅੱਜ ਵੀ ਮੇਰੇ ਕੋਲ ਕਸਟਮਰ ਆਉਂਦੇ ਆ, ਅਤੇ ਉਹ ਜਦੋਂ ਮੈਂ ਹੁੰਦਾ ਤਾਂ ਉਹ ਖਾਂਦੇ ਆ ਤਾਂ ਉਹਨਾਂ ਨੂੰ ਟੇਸਟ ਦਾ ਤਾਂ ਫਰਕ ਲੱਗਦਾ ਹੀ ਹੈ, ਕਿਉਂਕਿ ਦੇਖੋ ਜੀ ਦਿਲ ਨਾਲ ਬਣੀ ਵੀ ਚੀਜ਼ ਦਾ ਤਾਂ ਆਪਣਾ ਹੀ ਸਵਾਦ ਹੁੰਦਾ ਨਾ। ਘਰੇ ਕਿਉਂ ਕਹਿੰਦੇ ਆ ਆਪਾਂ ਕਿ ਵੀ ਘਰ ਦੀ ਰੋਟੀ ਸਵਾਦ ਲੱਗਦੀ, ਘਰ ਦੇ ਜਦੋਂ ਰੋਟੀ ਬਣਦੀ ਹੈ ਨਾ, ਸਵਾਰਥ ਨਹੀਂ ਹੁੰਦਾ ਪਿੱਛੇ ਕੋਈ, ਕਿ ਆ ਕਿਸੇ ਚੀਜ਼ ਨੂੰ ਲੈ ਕੇ ਕਿ ਬਈ ਖਿਲਾਣੀ ਹੈ, ਉਹਦਾ ਘਰੋਂ ਦਿਲੋਂ ਬਣਦੀ ਹੈ, ਤਾਂ ਕਰਕੇ ਦਿਲ ਨਾਲ ਬਣੀ ਹੋਈ ਚੀਜ਼ ਵੈਸੀ ਸਵਾਦ ਲੱਗਦੀ ਹੈ। ਕਦੇ ਕਿਸੇ ਨੇ ਕੰਪਲੀਮੈਂਟ ਨਹੀਂ ਕੀਤਾ ਕਿ ਤੁਸੀਂ ਇੰਡਸਟਰੀ ਵਿੱਚ ਵੀ ਜਾ ਸਕਦੇ ਹੋ? ਕਿਉਂਕਿ ਜਿੱਦਾਂ ਟੈਟੂਜ਼ ਬਣੇ ਨੇ, ਸਟਾਈਲ ਹੈ, ਕੋਈ ਕਦੇ ਤਾਂ ਕਿਸੇ ਤੋਂ ਤਾਂ ਕਦੇ ਮਿਲਿਆ ਹੋਣਾ ਕੰਪਲੀਮੈਂਟ, ਕਿਸੇ ਨੇ ਕਿਹਾ ਹੋਣਾ ਤੁਹਾਨੂੰ? ਨਹੀਂ, ਐਵੇਂ ਤਾਂ ਨਹੀਂ, ਉਹ ਤਾਂ ਜੀ ਚਲੋ ਸ਼ੁਰੂ ਤੋਂ ਹੀ ਰੱਬ ਦੀ ਦੇਣ ਹੈਗੀ ਹੈ, ਉਹ ਥੋੜ੍ਹਾ ਬਹੁਤਾ ਹੁਸਨ ਰੱਬ ਨੇ ਦੇ ਤਾ, ਉਹਨੂੰ ਬਸ ਅਸੀਂ ਕਰਿਆ। ਬਾਕੀ ਮਿਲਦੇ ਰਹਿੰਦੇ ਹਾਂ ਜੀ, ਪਰ ਚਲੋ ਹੁਣ ਸਾਡੀ ਉਹ ਇੰਡਸਟਰੀ ਨਹੀਂ ਸੀਗੀ। ਕਿਸੇ ਟਾਈਮ 'ਤੇ ਮੈਂ ਇੱਕ ਟਾਈਮ 'ਤੇ ਕੀਤੀ ਵੀ ਸੀਗੀ, ਬਟ ਉੱਧਰ ਮੇਰੀ ਗੱਲ ਜੀ ਨਹੀਂ ਬਣੀ, ਯਾਨੀ ਕਿ ਫਿਰ ਮੈਂ ਇੱਧਰ ਹੀ ਆ ਗਿਆ ਜਦੋਂ ਇੰਟਰਸਟ ਹੀ ਆਪਣਾ ਫੂਡ। ਹਾਂ, ਯਾਨੀ ਕਿ ਫਿਰ ਉਹ ਤੋਂ ਬਾਅਦ ਜਦੋਂ
ਪਤਾ ਲੱਗ ਗਿਆ ਜੀ ਕਿ ਵੀ ਅੰਦਰ ਫੂਡ ਵਾਲੇ ਕੰਮ ਕਰਨਾ ਆਪਾਂ, ਜਾਂ ਫੂਡ ਇੰਡਸਟਰੀ ਦੇ ਵਿੱਚ ਜਾਂਦੇ ਆ ਨਾ। ਫਿਰ ਉਹ ਤੋਂ ਬਾਅਦ ਬਸ ਮੈਂ ਇੱਧਰ ਆ ਗਿਆ, ਫਿਰ ਉੱਧਰਲਾ ਪਾਸਾ ਤਾਂ ਆਪਾਂ ਛੱਡ ਹੀ ਦਿੱਤਾ। ਕੰਪਲੀਮੈਂਟ ਵਗੈਰਾ ਤਾਂ ਐਵੇਂ ਹੈ ਕਿ ਮਿਲਦੇ ਹੀ ਰਹਿੰਦੇ ਜੀ। ਹੁਣ ਜੀ ਆਊਟਲੈਟ 'ਤੇ ਵੀ ਆਉਂਦੇ ਆ ਲੋਕ, ਮਿਲਦੇ ਆ, ਕਈ ਕਲਾਕਾਰਾਂ ਦੀ ਸ਼ਕਲਾਂ ਵੀ ਮਿਲਦੀਆਂ ਨਾਲ, ਫਿਰ ਐਵੇਂ ਦੇ ਤਾਂ ਚੱਲਦਾ ਹੀ ਰਹਿੰਦਾ। ਇਸ ਤਾਂ ਖਾਣਾ ਬਣਾਉਂਦੀ ਨੇ ਅੱਜ ਕੱਲ੍ਹ, ਜਿਹੜੇ ਮਰਦ ਨੇ ਉਹ ਵੀ ਪਿੱਛੇ ਨਹੀਂ ਰਹਿੰਦੇ, ਉਹ ਵੀ ਮਤਲਬ ਸੈਲੀਬ੍ਰਿਟੀ ਸ਼ੈਫ ਵੱਡੇ ਵੱਡੇ, ਉਹਨਾਂ ਨੇ ਆਪਣੀਆਂ ਜਿਹੜੀ ਸਪੋਰਟ ਹੈ, ਜਿਹੜੀ ਉਹ ਡੈਜ਼ਿਗਨੇਸ਼ਨ ਹੈ ਉਹ ਕੰਟੀਨਿਊ ਰੱਖੀ। ਮਤਲਬ ਉਹ ਵੀ ਕਿਸੇ ਫੀਲਡ 'ਚ ਪਿੱਛੇ ਨਹੀਂ ਹੈਗੇ, ਮਤਲਬ ਬਰਾਬਰ ਦੀ ਕਿਤੇ ਨਾ ਕਿਤੇ ਮੰਨਦੇ ਹੋ ਔਰਤ ਅਤੇ ਮਰਦ ਵਿੱਚ ਬਰਾਬਰ ਹੀ ਟੱਕਰ ਹੈ ਫੂਡ ਇੰਡਸਟਰੀ ਵਿੱਚ। ਇੱਦਾਂ ਦੀ ਸਮਾਜ ਦੀ ਸੋਚ ਅੱਜ ਵੀ ਉੱਥੇ ਖੜੀ ਹੈ ਕਿ ਜਿਹੜੀ ਔਰਤ ਹੈ ਅੱਜ ਵੀ ਮਰਦਾਂ ਨੂੰ ਟੱਕਰ ਦਿੰਦੀ ਹੈ, ਮਰਦ ਨੇ ਅੱਜ ਵੀ ਔਰਤ ਨੂੰ ਟੱਕਰ ਦਿੰਦੇ ਨੇ। ਇਹ ਗੱਲ ਨਾਲ ਕਿੰਨਾ ਕੁ ਸਹਿਮਤ ਹੋ ਤੁਸੀਂ ਜੇ ਆਪਾਂ ਗੱਲ ਕਰੀਏ ਤਾਂ? ਨਹੀਂ ਅੱਜ ਦੀ ਡੇਟ ਦੇ ਵਿੱਚ ਤਾਂ ਦੇਖੋ ਜੀ ਸਾਰੇ ਜਣੇ ਬਰਾਬਰ ਹੀ ਹੈ ਨਾ, ਕਿ ਹਰੇਕ ਜਣਾ ਕੋਈ ਐਵੇਂ ਦਾ ਵੀ ਨਹੀਂ ਹੈਗਾ ਕਿ ਹਾਂ ਵੀ ਫੀਮੇਲ ਕੋਈ ਪਿੱਛੇ ਹਟੀ ਹੈ ਜਾਂ ਘਰ ਉਹ ਨਹੀਂ ਚਲਾ ਰਹੀ। ਕਈ ਵਾਰੀ ਐਵੇਂ ਹੁੰਦਾ ਕਿ ਸਿਚੁਏਸ਼ਨਸ ਹੁੰਦੀਆਂ ਉਹ ਹਰੇਕ ਦੇ ਵਿੱਚ ਚੱਲਦੀ ਹੈ, ਹਰੇਕ ਦੇ ਵਿੱਚ ਜਜ਼ਬਾ ਕਰਨ ਦਾ, ਯਾਨੀ ਕਿ ਹਰੇਕ ਆਪਣਾ ਫੀਮੇਲ ਵੀ ਅੱਗੇ ਵੱਧ ਰਹੀ ਹੈ, ਯਾਨੀ ਕਿ ਮੇਲ ਨਾਲ ਵੀ ਹੈਗਾ। ਪਰ ਇਹ ਨਹੀਂ ਰਹਿ ਗਿਆ ਕਿ ਹੁਣ ਕਿ ਬਈ ਘਰ ਦਾ ਕੰਮ ਇਕੱਲੀਆਂ ਕੁੜੀਆਂ ਕਰਨਗੀਆਂ ਜਾਂ ਕੁਛ ਵੀ ਹੈਗਾ ਨਾ, ਮੁੰਡੇ ਵੀ ਬਰਾਬਰ ਹੀ ਦਾ ਸਾਰਾ ਕੁਝ ਕਰ ਲੈਂਦੇ। ਹੁਣ ਤੁਹਾਡੇ ਸਾਹਮਣੇ ਮੈਂ ਬੈਠਾ, ਮੈਂ ਵੀ ਹਰੇਕ ਚੀਜ਼ ਬਣਾ ਹੀ ਲੈਂਦਾ ਹੈ ਨਾ, ਕਿ ਇਹ ਵੀ ਨਹੀਂ ਹੈ ਕਿ ਆਪਾਂ ਕਿਸੇ ਹੋਰ ਦੇ ਉੱਪਰ ਡਿਪੈਂਡ ਰਹਿਣਾ, ਆਪਣਾ ਆਪਣਾ ਕਰੋ, ਸਾਰਾ ਵਧੀਆ ਖਿੱਚਦਾ ਜੀ ਕੰਮ। ਹੁਣ ਤਾਂ ਸਾਰਾ ਬਰਾਬਰ ਹੀ ਤੇ ਹੁਣ ਕਿੱਦਾਂ ਦੇ ਫਿਊਚਰ ਪਲਾਨਸ ਨੇ? ਬ੍ਰਾਂਚ ਤੁਹਾਡੀ ਜ਼ੀਰਕਪੁਰ ਤੋਂ ਓਪਨ ਹੈਗੀ ਹੈ ਕਿ ਮੋਹਾਲੀ ਸਾਈਡ ਤੁਸੀਂ ਓਪਨ ਕਰਨ ਦੀ ਸੋਚ ਰਹੇ ਹੋ, ਜਾਂ ਪੰਜਾਬ ਸਾਈਡ ਬਠਿੰਡਾ ਪਟਿਆਲਾ ਵੱਲ? ਨਹੀਂ ਹਲੇ ਆਪਾਂ ਨਾ ਸਿਰਫ ਟਰਾਈ ਸਿਟੀ ਕਵਰ ਕਰਨੀ ਸਟਾਰਟ ਕਰਾਂਗੇ, ਜਿੱਦਾਂ ਚੰਡੀਗੜ੍ਹ ਹੋ ਗਿਆ, ਪੰਚਕੂਲਾ ਹੋ ਗਿਆ, ਮੋਹਾਲੀ ਹੋ ਗਿਆ, ਜ਼ੀਰਕਪੁਰ ਦੇ ਵਿੱਚ ਤਾਂ ਹੈਗੀ ਆਪਣੀ। ਬਸ ਇਹ ਹੁਣ ਪਹਿਲਾਂ ਹੌਲੀ ਹੌਲੀ ਹੁਣ ਅੱਗੇ ਵਧਾਂਗੇ, ਬਟ ਆਪਣੀ ਟਰਾਈ ਸਿਟੀਜ਼ ਕਵਰ ਕਰਾਂਗੇ, ਫਿਰ ਉਹ ਤੋਂ ਬਾਅਦ ਅੱਗੇ ਦੇਖਾਂਗੇ। ਤੁਸੀਂ ਦੇਖਿਆ ਸੀ ਕਿ ਮੇਰੇ ਨਾਲ ਭਾਵਿਕ ਸਾਗਰ ਜਿਨ੍ਹਾਂ ਨੇ ਖਾਸ ਮੌਕੇ 'ਤੇ ਗੱਲਬਾਤ ਕੀਤੀ, ਨਟੀ ਵਾਫਲ ਬਾਰੇ ਗੱਲਬਾਤ ਕੀਤੀ ਅਤੇ ਕਿਹਾ ਕਿ ਫੂਡ ਇੰਡਸਟਰੀ ਵਿੱਚ ਬਹੁਤ ਕੰਪੀਟੀਸ਼ਨ ਹੈ, ਪਰ ਇਹਨਾਂ ਨੂੰ ਆਪਣੀ ਕੁਆਲਿਟੀ 'ਤੇ ਪੂਰਾ ਭਰੋਸਾ ਹੈ, ਕਿਉਂਕਿ ਇਹ ਜੇਕਰ ਕੁਆਲਿਟੀ ਦੀ ਗੱਲ ਕਰੀਏ ਤਾਂ ਕਿਸੇ ਵੀ ਕਿਸਮ ਨੂੰ ਸਮਝੌਤਾ ਨਹੀਂ ਕਰਦੀ, ਕਿਉਂਕਿ ਲੋਕਾਂ ਦੀ ਸਿਹਤ ਪਹਿਲਾਂ ਹੈ। ਜਿੱਥੇ ਗੱਲ ਆਉਂਦੀ ਹੈ ਫਿਊਚਰ ਪਲਾਨਸ ਦੀ, ਕਈ ਸਾਰੇ ਸਰਪ੍ਰਾਈਜ਼ ਲੈ ਕੇ ਆਉਣਗੇ, ਜਿੱਥੇ ਮੈਂਗੋ ਕੌਫੀ ਲੈ ਕੇ ਆਏ ਨੇ ਜਾਂ ਹੋਰ ਵਾਫਲਸ ਨੇ 17 ਪ੍ਰਕਾਰ ਤੋਂ ਉੱਪਰ ਨੇ, ਤਾਂ ਹੋਰ ਵੀ ਫਿਊਚਰ ਪਲਾਨਸ ਨੇ ਇਹਨਾਂ ਦੇ ਕਿ ਹੋਰ ਕੁਆਲਿਟੀ ਲੈ ਕੇ ਆਉਣ, ਬੈਸਟ ਤੋਂ ਬੈਸਟ। ਜਿਹੜੀ ਇਹਨਾਂ ਦੀ ਆਊਟਲੈਟ ਹੈ ਉਹ ਜ਼ੀਰਕਪੁਰ ਤੋਂ ਇਲਾਵਾ ਮੋਹਾਲੀ ਵੱਲ ਵੀ ਓਪਨ ਕਰਨ ਦੀ ਸੋਚ ਰਹੇ ਨੇ, ਅਤੇ ਹੋਰ ਵੀ ਕਈ ਸਾਰੇ ਸ਼ਹਿਰਾਂ ਵਿੱਚ ਜਲਦ ਇਹਨਾਂ ਦੀ ਜਿਹੜੀ ਨਟੀ ਵਾਫਲ ਨਾਮ ਦੀ ਆਊਟਲੈਟ ਆ ਤੁਹਾਨੂੰ ਨਜ਼ਰ ਆਵੇਗੀ। ਤਾਜ਼ਾ ਅਪਡੇਟਸ ਲਈ ਬਣੇ ਰਹੋ ਆਜ਼ਾਦ TV ਨਿਊਜ਼ ਨਾਲ।